ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂੰ ਜੂਗਾ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੂਗਾ। ਬੇਮੁਖ ਹੋਈ ਰਾਮ ਤੇ, ਲੱਗਣ ਜਨਮ ਬਿਡੂਗਾ। ਖਿਨ ਮੈਂ ਕੌੜੇ ਹੋਏ ਗਏ, ਜਿਤੜੀ ਮਾਇਆ ਪੂਗਾ। ਵਿੱਚ ਨ ਕੋਈ ਕਰ ਸਕੈ, ਕਿਸ ਤੈਂ ਰੂਵੈ ਰੂਜਾ। ਕੀਤਾ ਕਿਛੂ ਨ ਹੋਵੈ, ਲਿਖਿਆ ਤੁਰ ਸੰਜੂਗਾ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਊਗਾ। ਨਾਨਕ ਕਉ ਪ੍ਰਭ ਰਾਖ ਲਹਿ, ਮੇਰੀ ਸਾਹਿਬ ਬੰਦੇ ਮੂਚਾ। ਕਤਕ ਹੋਵੈ ਸਾਧੂ ਸੰਗ, ਬਿਨਸੈ ਸਭੇ ਸੂਚਾ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੇ ਮੂਚਾ। ਕਤਕ ਹੋਵੈ ਸਾਧੂ ਸੰਗ, ਬਿਨਸੈ ਸਭੇ ਸੂਚਾ। ਜਪੋ ਜੀ ਸਤਨਾਮ ਸਦਾ ਸਤਨਾਮ। ਪਰਮ ਸਨਮਾਨਯੋਗ ਜੁਗੂ ਜੁਗੇ ਅਟਲ ਸ਼ਬਦ ਅਵਤਾਰ ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਘੀ ਗੋਦ ਦੇ ਅੰਦਰ ਸਜ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੇ ਹੋ। ਗੁਰਬਾਣੀ ਗਾਵੂ ਭਾਈ ਔ ਸਫਲ ਸਦਾ ਸੁਖਦਾਈ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਸੰਗਰਾਂਦ ਦੀ ਸ਼ੁਭ ਦਿਹਾੜੀ ਬਖਸ਼ਿਸ਼ ਹੋਏ ਹਨ। ਅੱਸੂ ਦਾ ਮਹੀਨਾ ਸਮਾਪਤ ਹੋਇਆ ਈ, ਕੱਤਕ ਦਾ ਮਹੀਨਾ ਵਸਿਆ ਈ। ਸਾਹਿਬ ਸਤਿਗੁਰੂ ਅਰਜਨਦੀਪ ਜੀ ਮਹਾਰਾਜ ਸ਼ਹੀਦਾਂ ਦੀ ਸਰਤਾਜ ਸ਼ਾਂਤੀ ਦੀ ਪੁੰਡ ਰੂਹਾਨੀਅਤ ਦੀ ਮੁਜੱਸਮ ਪ੍ਰਤੱਖ ਹਰ, ਜਨਮ ਤੋਂ ਬ੍ਰਹਮ ਗਿਆਨੀ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਾਤਸ਼ਾਹ ਫਰਮਾਉਂਦੇ ਹਨ, ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂੰ ਜੋਗਾ। ਪਾਤਸ਼ਾਹ ਬਚਨ ਕਰਦੇ ਨੇ, ਕਤਕ ਕਰਮ ਕਮਾਵਣੇ, ਕਤਕ ਦਾ ਮਹੀਨਾ ਏ ਤੇ ਸ਼ੁਭ ਕਰਮ ਕਮਾਉਣੇ ਨੇ, ਤੇ ਕੀਤੇ ਹੋਏ ਕਰਮਾਂ ਦਾ ਫੁੱਲ, ਕੀਤੇ ਹੋਏ ਕਰਮਾਂ ਦਾ ਫਲ, ਕੀਤੇ ਹੋਏ ਕਰਮਾਂ ਦਾ ਜਸ ਰਸ ਸ਼ੁਭ ਤੈਨੂੰ ਹੀ ਪ੍ਰਾਪਤ ਹੋਣਾ ਏ। ਤੇ ਕੀਤੇ ਹੋਏ ਭੈੜੇ ਕਰਮਾਂ ਦੀ ਸਜ਼ਾ, ਦੁੱਖ, ਰੋਗ, ਸੰਤਾਪ
ਉਹ ਵੀ ਤੈਨੂੰ ਹੀ ਭੋਗਣੇ ਪੈਣੇ ਨੇ। ਇਸ ਲਈ ਅਮਲ ਕਰ ਧਰਤੀ ਬੀਜ ਸ਼ਬਦ, ਕਰ ਸੱਚ ਕੀ ਆਵ ਨਿਤ ਦੇ ਪਾਣੀ। ਹੋਏ ਕਿਰਸਾਨ ਈਮਾਨ ਜਮਾਈ ਲਏ। ਪਾਤਸ਼ਾਹ ਸਾਨੂੰ ਗਿਆਨ ਬਖਸ਼ਦੇ ਨੇ ਕਿ ਅਮਲ ਕਰ ਧਰਤੀ ਬੀਜ ਸ਼ਬਦ, ਤਨ ਰੂਪੀ ਧਰਤੀ ਦੇ ਅੰਦਰ ਪ੍ਰਭੂ ਸਿਮਰਨ ਦਾ, ਨਾਮ ਦਾ, ਗਿਆਨ ਦਾ, ਸ਼ੁਭ ਕਰਮਾਂ ਦਾ ਬੀਜ ਬੀਜਣਾ ਕਰ। ਜਿਵੇਂ ਹੋਏ ਈਮਾਨ, ਹੋਏ ਕਿਰਸਾਨ ਈਮਾਨ ਜਮਾਈ ਲੈ। ਜਿਵੇਂ ਜ਼ਿਮੀਂਦਾਰ ਵਿਸ਼ਵਾਸ ਰੱਖ ਕੇ, ਦ੍ਰਿੜ ਭਰੋਸਾ ਰੱਖ ਕੇ ਧਰਤੀ ਨੂੰ ਸੋਧਦਾ ਏ, ਫਿਰ ਚੰਗਾ ਬੀਜ ਬੀਜਦਾ ਏ, ਉਹਦੀ ਸੰਭਾਲ ਕਰਦਾ ਏ ਅਤੇ ਉੱਤਮ ਫਲ ਪ੍ਰਾਪਤ ਕਰਦਾ ਏ। ਇਸੇ ਤਰ੍ਹਾਂ ਕਤਕ ਕਰਮ ਕਮਾਵਣੇ, ਕਰਮ ਕਮਾਉਣ ਲਈ ਇਹ ਸਵਾਸਾਂ ਰੂਪੀ ਪੂੰਜੀ, ਤਨ ਰੂਪੀ ਖੇਤ ਮਿਲਿਆ ਹੈ। ਇਸ ਲਈ ਸਾਹਿਬ ਆਖਦੇ ਨੇ ਮਨ ਹਾਲੇ ਕਿਰਸਾਣੀ ਕਰਨੀ, ਸ਼ਰਮ ਪਾਣੀ ਧਨ ਖੇਤ। ਮਨ ਹਾਲੀ, ਮਨ ਨੂੰ ਹਾਲੀ ਬਣਾ ਕਰਕੇ, ਤਨ ਨੂੰ ਖੇਤ ਬਣਾ ਕਰਕੇ, ਸ਼ਰਮ ਪਾਣੀ ਤਨ ਖੇਤ, ਤਨ ਰੂਪੀ ਖੇਤੇ ਨੂੰ ਭੈੜੇ ਕਰਮਾਂ ਵੱਲੋਂ ਸ਼ਰਮ ਕਰਵੀ, ਸ਼ੁਭ ਕਰਮ ਕਮਾਉਣੇ, ਹਿਰਦੇ ਵਿੱਚ ਸੱਚੀ ਤੇ ਸੁੱਚੀ ਧਾਰਨਾ ਬਣਾਉਣੀ, ਇਹ ਖੇਤੀ ਕਰਨੀ ਹੈ। ਇਸ ਲਈ ਸਾਹਿਬ ਆਖਦੇ ਨੇ ਕਤਕ ਕਰਮ ਕਮਾਵਣੇ, ਜਿਹੜੇ ਤੂੰ ਕਰਮ ਕਮਾਉਂਦਾ ਪਿਆ ਏ, ਦੋਸ਼ ਨ ਕਾਹੂੰ ਜੋਗ। ਕਰਮ ਤੂੰ ਕਰੇ ਤੇ ਉਹਨਾਂ ਦੀ ਸਜ਼ਾ ਕੀ ਹੂਰ ਭੁਗਤੇ। ਪਾਤਸ਼ਾਹ ਕਹਿੰਦੇ ਇਹ ਤੈਨੂੰ ਚੰਗਾ ਨਹੀਂ ਲੱਗਦਾ। ਆਪਣੇ ਕੀਤੀ ਕਰਮਾਂ ਦਾ ਫਲ ਤੈਨੂੰ ਹੀ ਭੋਗਣਾ ਪੈਣਾ ਏ। ਇਸ ਲਈ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਦੈ ਅਵਰ ਜਨਾਓ। ਇਸ ਲਈ ਸਾਹਿਬ ਤੇ ਆਖਦੇ ਨੇ ਖਸਮ ਬੇਸਾਰ ਕੀਏ ਰਸ ਭੋਗਾ। ਸੰਸਾਰ ਦੀ ਵਡਿਆਈ ਲਈ, ਸ਼ੋਭਾ ਲਈ, ਜਸ ਲਈ ਪ੍ਰਭੂ ਭੁੱਲ ਕੇ, ਪ੍ਰਭੂ ਨੂੰ ਭੁੱਲ ਕੇ ਅਨੇਕਾਂ ਭੈੜੇ ਕਰਮ ਕੀਤੇ ਨੇ, ਬੇਈਮਾਨੀਆਂ ਕੀਤੀਆਂ ਨੇ। ਅਤੇ ਪਾਤਸ਼ਾਹ ਕਹਿੰਦੇ ਨੇ ਫਿਰ ਦੁੱਖ ਬਣ ਕੇ ਸਾਹਮਣੇ ਆਈਆਂ ਨੇ। ਫਿਰ ਕਿਸੇ ਨੂੰ ਦੋਸ਼ ਦੇਵੇਂ ਇਹ ਤੇਰੇ ਲਈ ਚੰਗੀ ਗੱਲ ਨਹੀਂ। ਇਸ ਲਈ ਐਸਾ ਕਰਮ ਕਰੇ ਜਿਸ ਕੀਤਿਆਂ ਦਰਗਾਹ ਵਿੱਚ ਜਾ ਕੇ ਸ਼ਰਮਸਾਰ ਹੋਣਾ ਪਵੇ। ਅਤੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਬਚ ਕੇ ਰਹਿ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਦੂਗ। ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਹੀ ਭੁਗਤਣਾ ਪੈਣਾ ਹੈ। ਆਪਣੇ ਕੀਤੇ ਦਾ ਫਲ ਦੋਸ਼ ਕਿਸੇ ਹੋਰ ਨੂੰ ਦੇਵੇਂ ਇਹ ਚੰਗਾ ਨਹੀਂ ਲੱਗਦਾ। ਪਰਮੇਸ਼ਰ ਤੇ ਭੁੱਲਿਆ, ਪਰਮ ਪਿਤਾ ਪਰਮੇਸ਼ਰ ਤੂੰ ਭੁੱਲ ਜਾਈਏ। ਵਿਆਪਨ ਸਭੇ ਰੋਗ, ਅਨੇਕਾਂ ਰੋਗ ਆਲ ਚੰਬੜਦੇ ਨੇ। ਕਿਹੜੇ ਰੋਗ ਨੇ? ਪਾਤਸ਼ਾਹ ਕਹਿੰਦੇ ਨੇ ਵਿਛੋੜਾ ਦੁੱਖ। ਪਹਿਲਾਂ ਪ੍ਰਭੂ ਵਿਛੜਿਆ, ਪ੍ਰਭੂ ਭੁੱਲਿਆ ਏ। ਅਤੇ ਪਾਤਸ਼ਾਹ ਕਹਿੰਦੇ ਨੇ ਜਨਮਾਂ ਦਾ ਰੋਗ ਲੱਗ ਗਿਆ। ਵਿਛੋੜਾ ਭੁੱਖ, ਪ੍ਰਭੂ ਨੂੰ ਵਿਸਾਰ ਕਰਕੇ ਤ੍ਰਿਸ਼ਨਾ ਲੱਗੀ, ਪਦਾਰਥਾਂ ਦੀ ਭੁੱਖ ਲੱਗੀ। ਧੀਆਂ ਪੁੱਤਰ ਕੋਠੀ ਜਾਇਦਾਦ ਬਣੀਏ, ਪਰ ਰੱਬ ਭੁੱਲ ਗਿਆ, ਪ੍ਰਭੂ ਭੁੱਲ ਗਿਆ, ਸਿਮਰਨ ਭੁੱਲ ਗਿਆ। ਇਸ ਲਈ ਵਿਛੋੜਾ ਦੁੱਖ, ਵਿਛੋੜਾ ਭੁੱਖ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਮੌਤ ਦਾ ਏ, ਜਮਦੂਤ ਆਏ। ਇੱਕ ਦੁੱਖ ਰੋਗ ਲੱਗੇ ਤਨ ਤਾਏ, ਇੱਕ ਦੁੱਖ ਸਰੀਰਕ ਰੋਗ ਦਾ ਏ। ਤੇ ਪਾਤਸ਼ਾਹ ਕਹਿੰਦੇ ਵੈਦ ਨਾ ਭੂਲੇ ਦਾਰੂ ਲਾਈ। ਕਿਉਂਕਿ ਖਸਮ ਵਿਸਾਰ ਕੀਏ ਰਸ ਭੋਗਾ, ਤੋ ਤਨ ਆਏ, ਤੋ ਤਨ ਆਏ ਖਲੂਏ ਰੋਗ। ਪ੍ਰਭੂ ਨੂੰ ਭੁਲਾ ਕਰਕੇ ਸੰਸਾਰ ਦੇ ਅੰਦਰ ਸ਼ੋਭਾ, ਵਡਿਆਈ, ਬੇਈਮਾਨੀਆਂ, ਈਰਖਾ, ਵਕੀਲੀ ਸਦਕਾ ਇਹ ਦੁੱਖ ਭੋਗਣੇ ਪਏ ਨੇ। ਇਸ ਲਈ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗਾ। ਕਣ ਕਣ ਵਿੱਚ ਰਮੇ ਹੋਏ
ਪਰਮੇਸ਼ਰ ਤੋਂ ਬੇਮੁਖ ਹੋਏ ਹਾਂ ਤੇ ਜਨਮਾਂ ਜਨਮਾਂ ਦੇ ਵਿਛੋੜੇ ਪੈ ਗਏ ਨੇ। ਇਸੇ ਲਈ ਸਾਹਿਬ ਸਾਨੂੰ ਸਮਝਾਉਣ ਲਈ ਵਚਨ ਕਰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਇਸ ਲਈ ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਪੂ। ਜਿਨ੍ਹਾਂ ਪਦਾਰਥਾਂ ਲਈ, ਜਿਸ ਵਡਿਆਈ ਲਈ ਅਨੇਕਾਂ ਭੈੜੇ ਕਰਮ ਕੀਤੇ ਨੇ, ਬੇਈਮਾਨੀਆਂ, ਈਰਖਾ, ਬਖੇਲੀ, ਠੱਗੀਆਂ, ਚੋਰੀਆਂ ਕੀਤੀਆਂ ਨੇ, ਤੇ ਪਾਤਸ਼ਾਹ ਕਹਿੰਦੇ ਨੇ ਸਭ ਕੁਝ ਕੋਲ ਪਿਆ ਏ ਪਰ ਅੰਦਰ ਆਤਮਾ ਨਹੀਂ। ਤਕਲੀਫ ਇੰਨੀ ਏ ਕਿ ਕੁਝ ਖਾ ਨਹੀਂ ਸਕਦਾ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਖਿੰਨ ਮੈਂ ਕੌੜੇ ਹੋਏ ਗਏ। ਜਿੰਨੇ ਪਦਾਰਥਾਂ ਦੀ ਭੁੱਖ ਸੀ, ਜਿਨ੍ਹਾਂ ਪਦਾਰਥਾਂ ਲਈ ਬੇਈਮਾਨੀਆਂ ਕੀਤੀਆਂ, ਪਦਾਰਥ ਇਕੱਠੇ ਕੀਤੇ, ਪਰ ਅੱਜ ਡਾਕਟਰ ਅਲਾਓ ਨਹੀਂ ਕਰਦਾ ਕਿ ਇਹ ਪਦਾਰਥ ਖਾਵੇ। ਇਸ ਲਈ ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੂ। ਵਿੱਚ ਨਾ ਕੋਈ ਕਰ ਸਕੈ, ਕਿਸ ਤਾਂ ਰੂਹਾਂ ਰੂਜ। ਇਸ ਵਿੱਚ ਹੁਣ ਕੋਈ ਕੀ ਕਰ ਸਕਦਾ ਏ? ਭਾਵੇਂ ਕਿਸੇ ਵੀ ਕੋਲ ਜਾ ਕੇ ਤੂੰ ਪਛਤਾਵਾ ਕਰਦਾ ਰਵੇਂ, ਕਿਉਂਕਿ ਜੋ ਮੈਂ ਕੀਆ ਸੂ ਮੈਂ ਪਾਇਆ, ਦੋਛ ਨ ਦੀਦੇ ਅਵਰ ਜਨਾ। ਜਿਹੜਾ ਕੀਤਾ ਏ, ਜਿਹੜੀ ਫਸਲ ਬੀਜੀ ਏ, ਫਲ ਤੀ ਉਹ ਮਿਲਣਾ ਏ। ਇਸ ਲਈ ਵਿੱਚ ਨ ਕੋਈ ਕਰ ਸਕੈ, ਕਿਸ ਥਾਂ ਰੂਹਾਂ ਰੂਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੂ। ਕਿਸੇ ਦਾ ਕੀਤਾ ਕੁਝ ਨਹੀਂ ਹੋ ਸਕਦਾ, ਕਿਉਂਕਿ ਧੁਰ ਦਰਗਾਹ ਤੋਂ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਲੇਖ ਲਿਖੇ ਗਏ। ਪਰ ਸਾਹਿਬ ਕਹਿੰਦੇ ਨੇ ਇੱਕ ਉਪਾਅ ਹੋ ਸਕਦਾ ਏ, ਵੱਡ ਭਾਗੀ ਮੇਰਾ ਪ੍ਰਭ ਮਿਲੇ। ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਪ੍ਰਭੂ ਕਿਰਪਾ ਕਰ ਦੇਵੇ, ਮਿਹਰ ਕਰ ਦੇਵੇ, ਸਤਿਗੁਰਾਂ ਦਾ ਮਿਲਾਪ ਹੋ ਜਾਏ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬੇਜੂ। ਤਾਂ ਸਾਰੀ ਵਿਛੋੜੇ ਦੇ ਦੁੱਖ ਦੂਰ ਹੋ ਸਕਦੇ ਨੇ। ਕਦੋਂ? ਜੇ ਪਰਮ ਪਿਤਾ ਪਰਮਾਤਮਾ ਪ੍ਰਭੂ ਕਿਰਪਾ ਕਰਕੇ ਤੈਨੂੰ ਸਤਿਗੁਰੂ ਦੇ ਚਰਨਾਂ ਨਾਲ ਮਿਲਾ ਦੇਵੇ, ਸਤਿਗੁਰੂ ਦੇ ਚਰਨਾਂ ਵਿੱਚ ਥਾਂ ਨਸੀਬ ਹੋ ਜਾਏ। ਇਸ ਲਈ ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੇ ਮੂਤ। ਸਾਹਿਬ ਫਰਮਾਉਂਦੇ ਨੇ, ਇਹ ਬੰਦੀ ਛੂੜ ਪਰਮ ਪਿਤਾ ਪਰਮਾਤਮਾ ਪ੍ਰਭੂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲੈ, ਆਪਣੇ ਚਰਨਾਂ ਦੀ ਨਾਲ ਜੋੜ ਲੈ। ਤੇ ਪਾਤਸ਼ਾਹ ਕਹਿੰਦੇ ਨੇ ਜੀਵਨ ਸਫਲ ਹੋ ਸਕਦਾ ਏ, ਆਨੰਦ ਪ੍ਰਾਪਤ ਹੋ ਸਕਦਾ ਏ, ਭੈੜੇ ਕਰਮਾਂ ਤੋਂ ਬਚ ਸਕਦਾ ਏ। ਤੇ ਕਰ ਅਰਦਾਸ, ਕਤਕ ਹੋਵੈ ਸਾਧ ਸੰਗ, ਬਿਨ ਸੈ ਸਭੇ ਸੂਤ। ਕੱਤਕ ਦਾ ਮਹੀਨਾ ਹੈ। ਪਾਤਸ਼ਾਹ ਆਖਦੇ ਨੇ ਹੋਵੈ ਸਾਧ ਸੰਗ, ਸਚਿਆਰ ਪੁਰਖਾਂ ਦੀ, ਗੁਰਮੁਖਾਂ ਦੀ, ਪ੍ਰਭੂ ਪਿਆਰਿਆਂ ਦੀ, ਮਿਲਿਆ ਹੋਇਆਂ ਦੀ ਸੰਗਤ ਕਰਿਆ ਕਰ। ਬਿਨ ਸੈ ਸਭੇ ਸੋਚ, ਸਾਰੀਆਂ ਸੋਚਾਂ ਬਿਨ ਸਕਦੀਆਂ ਨੇ, ਨਾਸ਼ ਹੋ ਸਕਦੀਆਂ ਨੇ, ਸਾਰੇ ਦੁੱਖ ਕੱਟੇ ਜਾ ਸਕਦੇ ਨੇ। ਕਦੋਂ? ਜੇ ਸਤਿਗੁਰ ਦੀ ਸੰਗਤ ਪ੍ਰਾਪਤ ਹੋ ਜਾਏ। ਇਸੇ ਲਈ ਸਾਹਿਬ ਆਖਦੇ ਨੇ, ਹਰ ਕੀਰਤ ਸਾਧੂ ਸੰਗਤ ਹੈ, ਸਿਰ ਕਰ ਮਨ ਕੇ ਕਰਮਾ। ਕਉ ਨਾਨਕ ਤਿਸ ਭਇਉ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਸਭ ਤੋਂ ਉੱਤਮ ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਦੀ ਸੰਗਤ ਹੈ, ਪ੍ਰਭੂ ਪਿਆਰਿਆਂ ਦੀ ਸੰਗਤ ਹੈ। ਇਸੇ ਲਈ ਸਾਹਿਬ ਆਖਦੇ ਨੇ, ਵੱਡ ਭਾਗੀ ਸਾਧੂ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਕੋਈ। ਤਿਨ ਕੀ ਤੋਰ ਨਾਨਕ ਦਾਸ ਵਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਾਧ ਸੰਗਤ ਦੀ ਇਤਿਹਾਸ ਦੇ ਅੰਦਰ ਸਾਖੀ ਆਉਂਦੀ, ਦਰਸ਼ਨ ਦੇਖਣ ਨਾਮ ਦਿਓ, ਭਲ ਕੇ ਉਠ ਤਰਲੋਚਨ ਆਵੈ। ਸਾਹਿਬ ਸਤਿਗੁਰੂ ਨਾਮਦੇਵ ਜੀ, ਜਿਨ੍ਹਾਂ ਦੀ ਦਰਸ਼ਨ ਕਰਨ ਲਈ ਨਿਤ ਭਾਈ ਤਰਲੋਚਨ ਜੀ ਆਉਂਦੇ ਨੇ,
ਭਗਤ ਕਰਨ ਮਿਲ ਦੁਇ ਜਣੇ, ਨਾਮ ਦਿਉ ਹਰ ਚਲਤ ਸੁਣਾਵੈ। ਪ੍ਰਭੂ ਦੀ ਚਰਨਾਂ ਵਿੱਚ ਮਿਲਿਆਂ ਦੀ ਸੰਗਤ, ਸਾਹਿਬ ਸਤਿਗੁਰੂ ਨਾਮਦੇਵ ਜੀ ਮਹਾਰਾਜ ਦੇ ਚਰਨਾਂ ਦੀ ਸੰਗਤ ਨਸੀਬ ਹੋਈ ਇਹ ਭਾਈ ਤਰਲੋਚਨ ਜੀ ਨੂੰ, ਤੇ ਦੋਵੇਂ ਮਿਲ ਕੇ ਰੱਬ ਦੀਆਂ ਬਾਤਾਂ ਕਰਦੇ ਨੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਿਛ ਕਹਿਣਾ ਕਹਿਣ ਨਾ ਡਾਏ। ਸੁਣ ਸਾਖੀ ਜਪ ਮਨ ਪਿਆਰ, ਅਡਾਮਲ ਉਤਰਿਆ ਕਹਿ ਏਕ ਵਾਰ। ਅੱਜ ਸੰਗਤ ਹੋਈ ਤੇ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦੀਆਂ ਮਹਿਮਾ ਜਸ ਰੂਪੀ ਕੀਰਤੀ ਸਤਿਗੁਰੂ ਨਾਮਦੇਵ ਜੀ ਭਾਈ ਤਰਲੋਚਨ ਜੀ ਸੁਣਾਉਂਦੇ ਨੇ, ਤੇ ਪ੍ਰਭੂ ਬੰਦਗੀ ਅੰਦਰ ਜੁੜਦੇ ਨੇ, ਸਵਾਸ ਸਵਾਸ ਜਪਦੇ ਨੇ ਸਤਨਾਮ ਵਾਹਿਗੁਰੂ। ਭਗਤ ਕਰਨ ਮਿਲ ਦੁਇ ਜਣੇ, ਨਾਮ ਦਿਉ ਹਰ ਚਲਤ ਸੁਣਾਵੈ। ਸਾਹਿਬ ਸਤਿਗੁਰੂ ਨਾਮਦੇਵ ਜੀ ਪਰਮੇਸ਼ਰ ਦੀ ਅਚਰਜ ਕੌਤਕ ਬਾਣੀ ਸ਼ਬਦ ਸਾਖੀਆਂ ਭਾਈ ਤਰਲੋਚਨ ਜੀ ਨੂੰ ਸਰਵਣ ਕਰਾਉਂਦੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਸਾਂਢੇ ਕੀਤੇ ਨੇ, ਮੇਰੀ ਵੀ ਕਰ ਬੇਨਤੀ, ਦਰਸ਼ਨ ਦੇਖਾਂ ਜਾਂ ਤੁਧ ਭਾਵੈ। ਭਾਈ ਤਰਲੋਚਨ ਜੀ ਸਾਹਿਬ ਸਤਿਗੁਰੂ ਨਾਮਦੇਵ ਜੀ ਚਰਨਾਂ ਵਿੱਚ ਬੇਨਤੀ ਕਰਦੇ ਨੇ, ਕਹਿੰਦੇ ਤੁਸੀਂ ਮਿਲੇ ਹੋਏ, ਤੁਹਾਡੇ ਪ੍ਰਭੂ ਦੇ ਦਰਸ਼ਨ ਹੁੰਦੇ ਨੇ, ਮੇਰੀ ਵੀ ਬੇਨਤੀ ਰੱਖਿਓ ਪ੍ਰਭੂ ਚਰਨਾਂ ਅੰਦਰ, ਕਿਤੇ ਮੈਨੂੰ ਵੀ ਦੀਦਾਰ ਹੋ ਜਾਣ। ਮੇਰੀ ਵੀ ਕਰ ਬੇਨਤੀ, ਦਰਸ਼ਨ ਦੇਖਾਂ ਜਾਂ ਤੁਧ ਭਾਵੈ। ਠਾਕਰ ਜੀ ਸਨੋ ਪੁੱਛੇ ਅਸ, ਦਰਸ਼ਨ ਕਿਵੇਂ ਤਰਲੋਚਨ ਪਾਵੈ। ਭਾਈ ਸਾਹਿਬ ਬਚਨ ਕਰਦੇ ਨੇ, ਅੱਜ ਸਾਹਿਬ ਸਤਿਗੁਰੂ ਨਾਮਦੇਵ ਜੀ ਪ੍ਰਭੂ ਦੀ ਨਾਲ ਅਭੇਦ ਹੋਏ ਨੇ, ਪ੍ਰਭੂ ਦੀ ਦੀਦਾਰ ਹੋਏ ਨੇ, ਤੇ ਪੁੱਛਦੇ ਨੇ, ਮੇਰਾ ਇੱਕ ਸੰਗੀ ਭਾਈ ਤਰਲੋਚਨ ਪ੍ਰਭੂ ਤੁਹਾਡੀ ਦੀਦਾਰ ਕਰਨਾ ਚਾਹੁੰਦਾ ਹੈ। ਠਾਕਰ ਜੀ ਨੋ ਪੁੱਛੇ ਅਸ, ਦਰਸ਼ਨ ਕਿਵੇਂ ਤਰਲੋਚਨ ਪਾਵੇ। ਭਾਈ ਤਰਲੋਚਨ ਤੁਹਾਡੇ ਦਰਸ਼ਨ ਕਿਵੇਂ ਪ੍ਰਾਪਤ ਕਰ ਸਕਦਾ ਹੈ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਤੈਂ ਕਹਿ ਸਮਝਾਵੇ। ਕਹਿੰਦੇ ਭਗਵਾਨ ਹੱਸ ਪਏ ਨੇ ਤੇ ਨਾਮਦੇਵ ਜੀ ਨੂੰ ਆਖਦੇ ਨੇ, ਨਾਮਦੇਵ ਜੀ ਤੁਸੀਂ ਭੋਲੇ ਹੋ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਤੈਂ ਕਹਿ ਸਮਝਾਵੇ। ਕਹਿੰਦੇ ਨਾਮਦੇਵ ਧਿਆਨ ਦੇ ਕੇ ਸੁਣ, ਹੱਥ ਨਾ ਆਵੇ ਭੇਟ ਸੌ। ਕਹਿੰਦੇ ਤੁਹਾਨੂੰ ਤੇ ਪਤਾ ਹੀ ਮੈਂ ਤੇ ਪ੍ਰੇਮ ਦਾ ਭੁੱਖਾ ਹਾਂ, ਜਿਹੜਾ ਸ਼ਰਧਾ ਭਾਵਨਾ ਪ੍ਰੇਮ ਨਾਲ ਯਾਦ ਕਰਦਾ ਹੈ, ਮੈਂ ਉਹਨੂੰ ਦੀਦਾਰ ਦਿੰਦਾ, ਉਹਦੇ ਨਾਲ ਮਿਲਾਪ ਕਰ ਲੈਂਦਾ ਹਾਂ, ਉਹਨੂੰ ਗਲਵੱਕੜੀ ਵਿੱਚ ਲੈ ਲੈਂਦਾ ਹਾਂ। ਪਰ ਜਿਹੜਾ ਤਰਲੋਚਨ ਹੈ ਉਹ ਤੇ ਵਪਾਰੀ, ਉਹ ਤੇ ਬਾਣੀਆਂ ਹੈ, ਉਹ ਤੇ ਕੇਵਲ ਪਦਾਰਥਾਂ ਦੀ ਮਾਇਆ ਦੀ ਪ੍ਰਾਪਤੀ ਲਈ ਯਾਦ ਕਰਦਾ ਹੈ। ਪਰ ਸਾਹਿਬ ਸਤਿਗੁਰੂ ਤਰਲੋਚਨ ਜੀ ਭਗਵਾਨ ਨੂੰ ਕੀ ਕਹਿੰਦੇ ਨੇ, ਤੁਸ ਤਰਲੋਚਨ ਮੈਂ ਮੋਹ ਲਾਵੇ। ਕਹਿੰਦੇ ਭਗਵਾਨ ਤੁਸੀਂ ਤੇ ਆਖਿਆ ਈ ਉਹ ਵਪਾਰੀ ਏ, ਬਾਣੀਆਂ ਏ, ਪਰ ਮੈਂ ਤੇ ਉਹਨੂੰ ਬਚਨ ਦੇ ਕੇ ਆਇਆ ਹਾਂ ਕਿ ਤੈਨੂੰ ਭਗਵਾਨ ਦੇ ਦਰਸ਼ਨ ਕਰਾਵਾਂਗਾ। ਮੇਰੀ ਬੇਨਤੀ ਭਗਵਾਨ ਟਾਲ ਨਹੀਂ ਸਕਦੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੋਹ ਲਾਵੇ। ਹੋਂ ਅਧੀਨ ਹਾਂ ਭਗਤ ਦੇ, ਪਹੁੰਚ ਨਹੰਗਾ ਭਗਤੀ ਦਾਵੇ। ਨਾਮਦੇਵ ਜੀ ਮੈਂ ਤੇ ਆਪਣੇ ਪਿਆਰੇ ਭਗਤਾਂ ਦੀ ਅਧੀਨ ਹਾਂ, ਹੁਣ ਤੁਸੀਂ ਤੇ ਦਾਵਾ ਹੀ ਕਰ ਦਿੱਤਾ ਏ, ਇਸ ਲਈ ਹੋਏ ਵਿਚੋਲਾ ਆਣ ਮਿਲਾਵੇ। ਨਾਮਦੇਵ ਜੀ ਤੁਹਾਡੇ ਵਰਗਾ ਵਿਚੋਲਾ ਹੋਵੇ ਤੇ ਫਿਰ ਤੇ ਦਰਸ਼ਨ ਦੇਣੇ ਹੀ ਨੇ। ਤੇ ਸਮਾਂ ਆਇਆ, ਬਚਨ ਆਖਿਆ ਨਾਮਦੇਵ ਜੀ ਦਰਸ਼ਨ ਦਿਆਂਗੀ, ਤੁਹਾਡੇ ਬਚਨ ਪੂਰੀ ਕਰਾਂਗੀ, ਪਰ ਭਾਈ ਤਰਲੋਚਨ ਕੋਲੋਂ ਪਹਿਚਾਣ ਹੀ ਨਹੀਂ ਹੋਣੀ। ਵੱਡਾ ਸਮਾਂ ਭਗਵਾਨ ਨੌਕਰ ਦਾ ਰੂਪ ਧਾਰ ਕੇ ਤਰਲੋਚਨ ਦੇ ਘਰ ਨੌਕਰੀ ਕਰ ਗਏ, ਪਰ ਪਹਿਚਾਣ ਨਹੀਂ ਹੋਈ। ਇਸ ਲਈ ਆਖਦੇ ਨੇ, ਸੇ ਅਖੜੀਆਂ ਬਿਆਨਾ ਜਿਨੀ ਡਸੰਦੂ ਮਾਪਰੇ। ਅੱਖੀਂ ਪ੍ਰੇਮ ਕਸਾਈਆਂ ਹਰ ਹਰ ਨਾਮ ਪਖਨ, ਦੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚਨ। ਇਸ ਲਈ ਸਾਹਿਬ ਦੀ ਪਾਵਨ ਬਚਨ ਨਹੀਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ,
ਪੂਰਨ ਕਰਮ ਹੋਵੇ ਪ੍ਰਭ ਮੇਰਾ। ਆਪਣੀ ਸਰਣ ਰਾਖ ਪ੍ਰਭ ਦਾਤੀ, ਗੁਰ ਪ੍ਰਸਾਦ ਕਿਨ ਬਿਰਲੇ ਜਾਤੀ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਤੇਰੇ। ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕੰਵਲ ਵਸੈ ਮੇਰੇ ਚੇਤਾ। ਨਾਨਕ ਏਕ ਕਰੇ ਅਰਦਾਸ, ਵਿਸਰ ਨਹੀਂ ਪੂਰਨ ਗੁਣ ਤਾਸ। ਇਸ ਲਈ ਕਤਕ ਕਰਮ ਕਮਾਵਣੀ, ਦੋਛ ਨ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗਾ। ਖਿਨ ਮੈਂ ਕੌੜੇ ਹੋਏ ਗਏ ਡਿਤੜੀ ਮਾਇਆ ਭੂ। ਵਿੱਚ ਨ ਕੋਈ ਕਰ ਸਕੈ ਕਿਸ ਥਾਂ ਰੂਵੈ ਰੂੜ। ਕੀਤਾ ਕਿਛੂ ਨ ਹੋਵੇ ਲਿਖਿਆ ਧੁਰ ਸੰਜੋਗਾ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੈ ਸਭ ਬਿਉ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੇ ਮੂਚ। ਕਤਕ ਹੋਵੈ ਸਾਧੂ ਸੰਗ, ਬਿਨਸੈ ਸਭੇ ਸੂਚ। ਇਸੇ ਲਈ ਸਾਹਿਬ ਆਖਦੇ ਨੇ, ਵੱਡੇ ਭਾਗ ਭੇਟੈ ਗੁਰਦੇਵਾ। ਕੋਟ ਪਰਾਧ ਮਿਟੇ ਹਰ ਸੇਵਾ। ਮਹਾ ਪਵਿੱਤਰ ਸਾਧ ਕਾ ਸੰਗ, ਜਿਤ ਭੇਟਤ ਲਾਗੈ ਹਰ ਰੰਗ। ਇਸੇ ਲਈ ਸਾਹਿਬ ਆਖਦੇ ਨੇ, ਜਿਨ ਕੋ ਸਾਧੂ ਭੇਟੀਐ, ਸੋ ਦਰਗਾ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਤੇਰੇ ਦਰਸ਼ਨ ਹੋਏ ਪਿਆਸ। ਇਸੇ ਲਈ ਸੇਵਾ ਆਖਦੇ ਨੇ, ਦਰਸ਼ਨ ਦੇਖ ਦੀਵਾ ਗੁਰ ਤੇਰਾ। ਪੂਰਨ ਕਰਮ ਹੋਵੇ ਪ੍ਰਭ ਮੇਰਾ। ਸਗਲ ਪਵਨ ਕੇ ਨਾਇਕਾ, ਇਕ ਛਿਨ ਦਰਸ ਦਿਖਾਈ ਦੇ। ਇਸੇ ਲਈ ਸਾਹਿਬ ਆਖਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾ, ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾ, ਅੰਮ੍ਰਿਤ ਵੇਲੇ ਸਰ ਨਵਾਉਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾ, ਸਾਧ ਸੰਗਤ ਚੱਲ ਜਾਏ ਜੁੜੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਈ ਇੱਕ ਮਨ, ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾ, ਮਨ ਮੇਲੀ ਕਰ ਮੇਲ ਮਿਲੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਈ ਭਗਤ ਗੁਰਪੁਰਬ ਕਰਨ ਦੇ। ਗੁਰ ਸੇਵਾ ਫਲ ਸਫਲ ਫਲੰਦੇ। ਇਸ ਲਈ ਸਾਧ ਸੰਗਤ ਦੀ ਆਪ ਗਵਾਈ, ਸੇਵਾ ਕਰੀ ਤਾਂ ਕਿਛ ਪਾਈ ਮਾਣ। ਇਸ ਲਈ ਗੁਰਬਾਣੀ ਗਾਵੋ ਭਾਈ, ਔਰ ਸਫਲ ਸਦਾ ਸੁਖਦਾਈ। ਤੇ ਸਾਧ ਸੰਗਤ ਦੀ ਅੱਸੂ ਦਾ ਮਹੀਨਾ ਸਮਾਪਤ ਹੋਇਆ ਜੀ, ਕੱਤਕ ਦਾ ਮਹੀਨਾ ਵਸਿਆ ਜੀ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।